हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਸੋ ਦੋਸਤੋ ਲੈ ਕੇ ਆਏ ਹਾਂਗੇ ਐਸਐਸਟੀ ਦੇ ਨਾਲ ਸੰਬੰਧਿਤ ਪੋਲੀਟੀਕਲ ਦਾ ਆਪਣਾ ਅੱਜ ਦਾ ਤੀਸਰਾ ਲੈਕਚਰ ਹੈਗਾ। ਸੋ 2 ਲੈਕਚਰ ਆਪਾਂ ਪੋਲਿਟਿਕਸ ਦੇ ਕਰਵਾ ਚੁੱਕੇ ਹਾਂ, ਪੋਲੀਟੀਕਲ ਦੇ, ਪੋਲ ਸਾਇੰਸ ਦੇ, ਤੇ ਤੀਸਰਾ ਲੈਕਚਰ ਅੱਜ ਦਾ ਆਪਣਾ ਇਹ ਇਸੇ ਤਰ੍ਹਾਂ ਆਪਾਂ ਲੜੀਵਾਰ ਸ਼ੁਰੂ ਕੀਤੇ ਹੋਏ ਨੇ ਲੈਕਚਰ ਹਿਸਟਰੀ ਦੇ ਤੇ ਪੋਲੀਟੀਕਲ ਸਾਇੰਸ ਦੇ। ਮਾਸਟਰ ਕੇਡਰ ਦੀਆਂ ਪੋਸਟਾਂ ਵਾਸਤੇ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ MCQ ਦੇ ਰੂਪ ਵਿੱਚ। ਸੋ ਆਪਾਂ ਅੱਜ ਤੁਹਾਡੇ ਲਈ 15 MCQ ਲੈ ਕੇ ਆਏ ਹਾਂ ਭਾਰਤ ਸਰਕਾਰ ਦੇ ਨਾਲ ਸੰਬੰਧਿਤ, ਮਤਲਬ ਸਿਸਟਮ ਆਫ ਗਵਰਨਮੈਂਟ ਹੈ ਨਾ ਇਨ ਇੰਡੀਆ, ਮਤਲਬ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਸਰਕਾਰ ਦਾ ਕੀ ਰੋਲ ਹੈ, ਸਰਕਾਰ ਕਿਵੇਂ ਕੰਮ ਕਰਦੀ ਹੈ, ਕਿਸ ਤਰ੍ਹਾਂ ਦੀ ਸਰਕਾਰ ਹੈ, ਉਹਦੇ ਨਾਲ ਸੰਬੰਧਿਤ ਇੰਪੋਰਟੈਂਟ MCQs ਆਪਾਂ ਤੁਹਾਨੂੰ ਕਰਵਾਵਾਂਗੇ। ਸੋ ਦੋਸਤੋ ਜੁੜੇ ਰਹੋ ਚੈਨਲ ਦੇ ਨਾਲ। ਇਸੇ ਤਰ੍ਹਾਂ ਆਪਾਂ ਟੌਪਿਕ ਵਾਈਜ਼ MCQ ਲੈ ਕੇ ਆ ਰਹੇ ਹਾਂ ਫਿਲਹਾਲ। ਮੰਨ ਲਓ ਆਪਾਂ ਜਿਹੜਾ ਇੱਕ ਟੌਪਿਕ ਹੁੰਦਾ ਉਹਦੇ ਨਾਲ ਸੰਬੰਧਿਤ ਜਿਹੜੇ MCQ ਬਣਦੇ ਨੇ ਇੰਪੋਰਟੈਂਟ, ਉਹ ਆਪਾਂ ਤੁਹਾਨੂੰ ਕਰਵਾਉਂਦੇ ਹਾਂ ਫਿਲਹਾਲ। ਬਾਅਦ ਦੇ ਵਿੱਚ ਜਦੋਂ ਟੌਪਿਕ ਕਵਰ ਹੋ ਗਏ ਆਪਣੇ, ਫਿਰ ਆਪਾਂ ਮਿਕਸ ਕਰਵਾਇਆ ਕਰਾਂਗੇ ਸਾਰੀ, ਜਿਵੇਂ ਸਾਰੀ ਹਿਸਟਰੀ ਦੇ ਵਿੱਚੋਂ, ਸਾਰੀ ਪੋਲੀਟੀਕਲ ਸਾਇੰਸ ਦੇ ਵਿੱਚੋਂ, ਉਹ ਕਿਤੋਂ ਵੀ ਆ ਸਕਦਾ ਹੈ। ਅਤੇ ਤੁਸੀਂ ਇਹਨਾਂ ਦੀ ਵਧੀਆ ਤਿਆਰੀ ਦੇ ਲਈ ਆਪਣੇ ਨੋਟਸ ਪ੍ਰਾਪਤ ਕਰ ਸਕਦੇ ਹੋ। ਨੋਟਸ ਤੁਹਾਨੂੰ PDF ਫਾਈਲਾਂ ਦੇ ਰੂਪ ਵਿੱਚ ਆਪਾਂ ਸੈਂਡ ਕਰਾਂਗੇ। ਤੁਸੀਂ ਪੇਮੈਂਟ ਕਰਨੀ ਹੋਊਗੀ ਸਾਨੂੰ Google Pay ਦੇ ਰਾਹੀਂ। ਸੋ ਨੋਟਸ ਸਾਰੇ ਟਾਈਪ ਕੀਤੇ ਹੋਣਗੇ, ਹਰ ਇੱਕ ਪ੍ਰਸ਼ਨ, ਹਰ ਇੱਕ ਟੌਪਿਕ ਨੂੰ ਕਵਰ ਕੀਤਾ ਹੋਊਗਾ, ਸਾਰੇ ਸਿਲੇਬਸ ਨੂੰ, ਮਾਸਟਰ ਕੇਡਰ ਦੇ ਨੂੰ। ਸੋ ਸ਼ੁਰੂ ਕਰੀਏ ਜੀ। ਪਹਿਲਾ ਪ੍ਰਸ਼ਨ, ਭਾਰਤ ਵਿੱਚ ਸਰਕਾਰ ਦਾ ਕਿਹੜਾ ਰੂਪ ਹੈ? ਮਤਲਬ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਸਰਕਾਰ ਦਾ ਕਿਹੜਾ ਰੂਪ ਕੰਮ ਕਰਦਾ? ਕੀ ਸੰਸਦੀ ਸਰਕਾਰ ਹੈ ਇੱਥੇ, ਪ੍ਰਧਾਨਗੀ ਸਰਕਾਰ ਹੈ, ਤਾਨਾਸ਼ਾਹੀ ਸਰਕਾਰ ਹੈ, ਪ੍ਰਤੱਖ ਸਰਕਾਰ ਹੈ? ਸੋ ਭਾਰਤ ਦੇ ਵਿੱਚ ਜਿਹੜਾ ਸਰਕਾਰ ਦਾ ਰੂਪ ਕੰਮ ਕਰਦਾ ਜੀ, ਉਹ ਸੰਸਦੀ ਸਰਕਾਰ ਹੈਗੀ। ਆਪਸ਼ਨ ਨੰਬਰ 1 ਸਹੀ ਹੈ। ਸੰਸਦੀ ਸਰਕਾਰ ਕੀ ਹੁੰਦੀ ਹੈ ਵੀ ਜਿੱਥੇ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸ ਚੰਗੇ ਸੰਬੰਧ ਹੋਣ। ਜਦੋਂ ਮਤਲਬ ਲੋੜ ਪਵੇ ਤਾਂ ਉਹ ਇਕੱਠੇ ਹੋਣ, ਨਹੀਂ ਅਲੱਗ-ਅਲੱਗ ਵੀ ਹੋਣ, ਅਤੇ ਸੰਬੰਧ ਚੰਗੇ ਹੋਣ ਆਪਸ ਦੇ ਵਿੱਚ। ਜਿਹੜੀ ਮਤਲਬ ਦੇਸ਼ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਸੰਬੰਧ ਨਹੀਂ ਠੀਕ ਹੁੰਦੇ, ਅਤੇ ਉੱਥੇ ਮਤਲਬ ਪ੍ਰਧਾਨਗੀ ਸਰਕਾਰ ਹੁੰਦੀ ਹੈ ਇੱਕ ਹੱਥ ਦੇ ਵਿੱਚ, ਹੈ ਨਾ। ਸੋ ਭਾਰਤ ਦੇ ਵਿੱਚ ਸੰਸਦੀ ਸਰਕਾਰ ਹੈ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਰਲ ਮਿਲ ਕੇ ਚੰਗੇ ਸੰਬੰਧਾਂ ਰਾਹੀਂ ਕੰਮ ਕਰਦੇ ਨੇ ਦੇਸ਼ ਦੀ ਭਲਾਈ ਹਿੱਤ ਲਈ। ਸੋ ਆਪਸ਼ਨ ਨੰਬਰ 1 ਸਹੀ ਸੀ ਜੀ। 2 ਨੰਬਰ ਪ੍ਰਸ਼ਨ ਦੋਸਤੋ, ਜੇਕਰ ਕਿਸੇ ਦੇਸ਼ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਕੋਈ ਸੰਬੰਧ ਨਾ ਹੋਣ ਤਾਂ ਉੱਥੇ ਸਰਕਾਰ ਦਾ ਕਿਹੜਾ ਰੂਪ ਹੋਊ? ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪ੍ਰਧਾਨਗੀ ਸਰਕਾਰ ਹੋਊਗੀ। ਜਿੱਥੇ ਮਤਲਬ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਅਲੱਗ-ਅਲੱਗ ਚੱਲਣ ਦਾ ਸੰਕੇਤ ਹੋਵੇ। ਆਪਸ਼ਨ ਨੰਬਰ 2 ਸਹੀ ਹੈ ਪ੍ਰਸ਼ਨ ਦੇ ਅਨੁਸਾਰ ਜੀ। ਪ੍ਰਧਾਨਗੀ ਸਰਕਾਰ ਹੈ ਜਿਹੜੀ, ਦੇਖੋ ਜਿਵੇਂ ਅਮਰੀਕਾ ਦੇ ਵਿੱਚ ਹੈ ਨਾ, ਉੱਥੇ ਪ੍ਰਧਾਨਗੀ ਸਰਕਾਰ ਹੈਗੀ। ਸੋ 3 ਨੰਬਰ ਪ੍ਰਸ਼ਨ ਕਰਦੇ ਹਾਂ, ਭਾਰਤ ਨੇ ਸੰਸਦੀ ਪ੍ਰਣਾਲੀ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ? ਮਤਲਬ ਭਾਰਤ ਦੇ ਵਿੱਚ ਹੁਣ ਸਾਨੂੰ ਇਹ ਗੱਲ ਤਾਂ ਪਤਾ ਲੱਗ ਗਈ ਵੀ ਸੰਸਦੀ ਪ੍ਰਣਾਲੀ ਹੈਗੀ ਆ। ਜਦੋਂ ਭਾਰਤ ਦੇ ਸੂਝਵਾਨ ਲੋਕਾਂ ਨੇ ਮਤਲਬ ਭਾਰਤ ਦਾ ਸੰਵਿਧਾਨ ਲਿਖਿਆ, ਉਹਦੇ ਵਿੱਚ ਇਹ ਟਰਮ ਪਾਈ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਸੰਸਦੀ ਸਰਕਾਰ ਹੋਊਗੀ। ਇਹ ਵਿਸ਼ਾ, ਇਹ ਗੱਲ ਲਈ ਕਿੱਥੋਂ ਉਹਨਾਂ ਨੇ? ਇਹ ਪੁੱਛਿਆ ਗਿਆ ਪ੍ਰਸ਼ਨ ਦੇ ਵਿੱਚ। ਅਮਰੀਕਾ ਤੋਂ, ਜਾਪਾਨ ਤੋਂ, ਫਰਾਂਸ ਜਾਂ ਇੰਗਲੈਂਡ ਤੋਂ? ਸੋ ਇਹ ਲਈ ਸੀ ਜੀ ਇੰਗਲੈਂਡ ਤੋਂ। ਆਪਸ਼ਨ ਨੰਬਰ 4 ਸਹੀ ਹੈ। ਭਾਰਤ ਨੇ ਸੰਸਦੀ ਪ੍ਰਣਾਲੀ ਦਾ ਸਿਧਾਂਤ ਇੰਗਲੈਂਡ ਦੇਸ਼ ਤੋਂ ਲਿਆ। ਮਤਲਬ ਸਭ ਤੋਂ ਪਹਿਲਾ ਦੇਸ਼ ਸੀਗਾ ਇਹ ਵਿਸ਼ਵ ਦਾ ਇੰਗਲੈਂਡ, ਜਿੱਥੇ ਸੰਸਦੀ ਸਰਕਾਰ ਅਪਣਾਈ ਗਈ ਸੀ। ਇਹ ਇੰਗਲੈਂਡ ਵਿਸ਼ਵ ਦਾ ਪਹਿਲਾ ਦੇਸ਼ ਹੈਗਾ ਮੰਨਿਆ ਜਾਂਦਾ ਵੀ ਜਿੱਥੇ ਸਾਰਿਆਂ ਤੋਂ ਪਹਿਲਾਂ ਸੰਸਦੀ ਸਰਕਾਰ ਨੂੰ, ਸੰਸਦੀ ਪ੍ਰਣਾਲੀ ਨੂੰ ਅਪਣਾਇਆ ਗਿਆ ਸੀ। ਸੋ ਭਾਰਤ ਨੇ ਵੀ, ਦੇਖੋ 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਮੈਂ, ਬਾਰ-ਬਾਰ ਇਹ ਗੱਲਾਂ ਨੋਟ ਕਰਵਾ ਦਿੰਦਾ ਹੁੰਦਾ, ਤੁਹਾਡੇ ਰਿਪੀਟ ਹੋ ਜਾਂਦੀਆਂ ਨੇ, ਯਾਦ ਵੀ ਆ ਜਾਂਦੀਆਂ ਨੇ। 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ, ਉਹਦੇ ਵਿੱਚੋਂ ਸੰਸਦੀ ਪ੍ਰਣਾਲੀ ਦਾ ਸਿਧਾਂਤ ਇੰਗਲੈਂਡ ਤੋਂ ਲਿਆ। 4 ਨੰਬਰ ਪ੍ਰਸ਼ਨ ਜੀ, ਭਾਰਤੀ ਕੇਂਦਰ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕਿਸ ਅਨੁਛੇਦ ਦੇ ਅਧੀਨ ਕੀਤੀ ਗਈ? ਸੋ ਭਾਰਤ ਦੇ ਵਿੱਚ ਜਿਹੜੀ ਕੇਂਦਰ ਵਿੱਚ ਸੰਸਦੀ ਪ੍ਰਣਾਲੀ ਹੈਗੀ ਆ, ਮਤਲਬ ਦੇਸ਼ ਸੰਵਿਧਾਨ ਦੇ ਵਿੱਚ ਦਰਜ, ਉਹ ਕਿਹੜੇ ਅਨੁਛੇਦ ਦੇ ਅਧੀਨ ਦਰਜ ਹੈ? ਅਨੁਛੇਦ 74 ਅਤੇ 75, ਅਨੁਛੇਦ 163 ਅਤੇ 164, ਅਨੁਛੇਦ 128 ਤੋਂ 130, ਅਨੁਛੇਦ 324। ਸੋ ਕਿਹੜਾ ਅਨੁਛੇਦ ਆ ਜੀ? 74 ਅਤੇ 75 ਦੇ ਅਕੋਰਡਿੰਗ ਸੰਸਦੀ ਪ੍ਰਣਾਲੀ ਦੀ ਸਰਕਾਰ ਹੈਗੀ ਭਾਰਤੀ ਸੰਵਿਧਾਨ ਦੇ ਵਿੱਚ ਦਰਜ। ਆਪਸ਼ਨ ਨੰਬਰ 1 ਸਹੀ ਹੈ ਜੀ। ਅਗਲਾ ਪ੍ਰਸ਼ਨ ਕਰਦੇ ਹਾਂ 5 ਨੰਬਰ, ਸੰਸਦੀ ਸ਼ਾਸਨ ਪ੍ਰਣਾਲੀ ਵਾਲਾ ਦੇਸ਼ ਕਿਹੜਾ ਹੈ? ਇੰਗਲੈਂਡ, ਜਾਪਾਨ, ਕੈਨੇਡਾ, ਉਪਰੋਕਤ ਸਾਰੇ। ਸੋ ਸੰਸਦੀ ਸ਼ਾਸਨ ਪ੍ਰਣਾਲੀ ਹੈ ਜਿਹੜੇ ਦੇਸ਼ਾਂ ਦੇ ਵਿੱਚ ਕਾਰਜਪਾਲਿਕਾ ਦੇ, ਵਿਧਾਨ ਪਾਲਿਕਾ ਦੇ ਜਿੱਥੇ ਚੰਗੇ ਸੰਬੰਧ ਨੇ,
ਮਤਲਬ ਮੰਤਰੀ ਪ੍ਰੀਸ਼ਦ ਹੈ ਜਿਹੜੀ ਉਹ ਆਪਣੇ ਕਾਰਜਾਂ ਦੇ ਲਈ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੁੰਦੀ ਹੈਗੀ, ਜਿੱਥੇ ਮਤਲਬ ਜਿਹੜੇ ਮੰਤਰੀ ਚੁਣਦੇ ਆ ਆਪਾਂ, ਮੰਤਰੀ ਚੁਣੇ ਜਾਂਦੇ ਆ, ਕੈਬਨਿਟ ਬਣਦੀ ਆ, ਉਹ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਉਹ ਸਿਸਟਮ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਹੁੰਦਾ ਹੈ। ਕਾਰਜਪਾਲਿਕਾ ਦੇ ਵਿਧਾਨ ਪਾਲਿਕਾ ਦੇ ਚੰਗੇ ਸੰਬੰਧ ਹੁੰਦੇ ਨੇ। ਇਹ ਕਿਹੜੇ ਦੇਸ਼ਾਂ ਨੇ ਇਹ ਬਣਾਈ ਹੋਈ ਆ, ਅਪਣਾਈ ਹੋਈ ਆ ਸੰਸਦੀ ਸ਼ਾਸਨ ਪ੍ਰਣਾਲੀ? ਸੋ ਇੰਗਲੈਂਡ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹੈਗਾ ਹੀ ਆ, ਇਹਦਾ ਵਿਸ਼ਵ ਦਾ ਪਹਿਲਾ ਹੀ ਦੇਸ਼ ਹੈਗਾ। ਇਸੇ ਤੋਂ ਹੀ ਆਪਾਂ ਆਪਣੇ ਦੇਸ਼ ਦੇ ਵਿੱਚ ਇਹ ਵਿਸ਼ਾ ਚੁਣਿਆ। ਜਾਪਾਨ 'ਚ ਵੀ ਹੈਗੀ ਆ, ਕੈਨੇਡਾ ਦੇ ਵਿੱਚ ਵੀ ਹੈਗੀ ਆ। ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੋ ਗਿਆ ਜੀ। ਇੱਥੇ 6 ਨੰਬਰ ਪ੍ਰਸ਼ਨ ਕਰਦੇ ਹਾਂ, ਪ੍ਰਧਾਨਗੀ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ਾਂ ਵਿੱਚ ਹੈ? ਪਹਿਲਾਂ ਆਪਾਂ ਸੰਸਦੀ ਸ਼ਾਸਨ ਪ੍ਰਣਾਲੀ ਬਾਰੇ ਦੱਸਿਆ ਗਾ। ਹੁਣ ਆਪਾਂ ਪ੍ਰਧਾਨਗੀ ਸ਼ਾਸਨ ਪ੍ਰਣਾਲੀ, ਜਿੱਥੇ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਆਪਣੇ ਚੰਗੇ ਸੰਬੰਧ ਨਹੀਂ ਹੁੰਦੇ। ਅਮਰੀਕਾ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਪਹਿਲੀ ਹੈਗੀ ਆ ਬ੍ਰਾਜ਼ੀਲ, ਰੂਸ। ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ। ਇਹ ਦੇਸ਼ਾਂ ਦੇ ਵਿੱਚ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਕੰਮ ਕਰਦੀ ਆ। ਸਾਰਾ ਕੁਝ ਰਾਸ਼ਟਰਪਤੀ ਦੇ ਹੱਥ ਦੇ ਵਿੱਚ ਹੁੰਦਾ ਇੱਥੇ। 7 ਨੰਬਰ ਪ੍ਰਸ਼ਨ, ਸੰਸਦੀ ਪ੍ਰਣਾਲੀ ਦੀ ਸਰਕਾਰ ਵਿੱਚ ਦੇਸ਼ ਦਾ ਨਾ ਮਾਤਰ ਕਾਰਜ ਸਾਧਕ ਮੁਖੀ ਕੌਣ ਹੁੰਦਾ ਹੈ? ਸੋ ਹੁਣ ਆਪਾਂ ਇੱਥੇ ਇਹ ਧਿਆਨ ਰੱਖਿਓ, ਨਾ ਮਾਤਰ ਕਾਰਜ ਸਾਧਕ ਮੁਖੀ ਪੁੱਛਿਆ ਤੇ ਕਿਹੜੀ ਪ੍ਰਣਾਲੀ ਦੇ ਵਿੱਚ? ਸੰਸਦੀ ਪ੍ਰਣਾਲੀ ਦੇ ਵਿੱਚ। ਪ੍ਰਧਾਨਗੀ ਸ਼ਾਸਨ ਪ੍ਰਣਾਲੀ ਦੇ ਵਿੱਚ ਨਹੀਂ ਪੁੱਛਿਆ, ਸੰਸਦੀ ਪ੍ਰਣਾਲੀ ਦੇ ਵਿੱਚ ਪੁੱਛਿਆ। ਸੋ ਇੱਥੇ ਨਾ ਕਾਰਜ ਸਾਧਕ ਮੁਖੀ ਹੁੰਦਾ ਜਿਹੜਾ ਉਹ ਰਾਸ਼ਟਰਪਤੀ ਹੁੰਦਾ, ਜਿਹਦੇ ਮਤਲਬ ਜਿਹੜਾ ਦੇਸ਼ ਦਾ ਤਾਂ ਮੁੱਖ ਨਾਗਰਿਕ ਹੁੰਦਾ, ਮੋਢੀ ਹੁੰਦਾ, ਪਰ ਉਹਦੇ ਹੱਥ ਦੇ ਵਿੱਚ ਕੋਈ ਇੰਨੀ ਜ਼ਿਆਦਾ ਤਾਕਤ ਨਹੀਂ ਹੁੰਦੀ। ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਆਪਣੀ ਮੰਤਰੀ ਪ੍ਰੀਸ਼ਦ ਦੇ ਨਾਲ ਰਲ ਕੇ। ਸੋ ਆਪਸ਼ਨ ਨੰਬਰ ਪ੍ਰਸ਼ਨ ਦੇ ਅਨੁਸਾਰ 1 ਸਹੀ ਸੀ ਜੀ। 8 ਨੰਬਰ ਪ੍ਰਸ਼ਨ ਕਰਦੇ ਹਾਂ, ਸੰਸਦੀ ਸਰਕਾਰ ਵਿੱਚ ਸ਼ਕਤੀਆਂ ਦੀ ਅਸਲੀ ਕਾਰਜਪਾਲਿਕਾ ਕੌਣ ਹੁੰਦੀ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਮੰਤਰੀ ਮੰਡਲ, ਰਾਜਪਾਲ, ਲੋਕ ਸਭਾ। ਸੋ ਇਹ ਹੁੰਦੀ ਆ ਆਪਸ਼ਨ ਨੰਬਰ 2, ਪ੍ਰਧਾਨ ਮੰਤਰੀ ਅਤੇ ਸਮੇਤ ਮੰਤਰੀ ਮੰਡਲ। ਸੰਸਦੀ ਸਰਕਾਰ ਹੁੰਦੀ ਹੈ ਨਾ ਜਿਹੜੀ, ਉਹਦੇ ਵਿੱਚ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਅਸਲੀ ਕਾਰਜਪਾਲਿਕਾ, ਉਹਨਾਂ ਦਾ ਅਸਲੀ ਮੁਖੀ ਕੌਣ ਹੁੰਦਾ? ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਗਾ? ਉਹ ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ ਕਰਦਾ ਜੀ ਸਾਰਾ। ਸੋ ਇਹ ਮਤਲਬ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੇ ਨੇ। ਹਰ ਪ੍ਰਸ਼ਨ ਦੇ ਵਿੱਚ, ਹਰ ਗੱਲ ਦੇ ਪ੍ਰਤੀ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ ਇਹ ਚੀਜ਼। ਆਪਸ਼ਨ ਨੰਬਰ 2 ਸਹੀ ਸੀ। 9 ਨੰਬਰ ਪ੍ਰਸ਼ਨ ਜੀ। ਸੋ ਦੋਸਤੋ ਥੋੜ੍ਹਾ ਜਿਹਾ ਨਾ ਜਦੋਂ ਆਪਾਂ ਪੋਲੀਟੀਕਲ ਨੂੰ ਪੜ੍ਹਦੇ ਹਾਂ, ਥੋੜ੍ਹਾ ਜਿਹਾ ਆਪਣੇ ਦੇਸ਼ ਦੇ ਸਿਸਟਮ ਨੂੰ ਸਮਝਣਾ ਪੈਂਦਾ। ਅਸੀਂ ਮਤਲਬ ਆਪਣੇ ਦੇਸ਼ 'ਚ ਚੱਲ ਰਹੀਆਂ ਸਰਕਾਰਾਂ ਵੱਲ ਵੀ ਨਿਗਾਹ ਮਾਰਨੀ ਹੁੰਦੀ ਹੈ, ਦ੍ਰਿਸ਼ ਬਣਾਉਣੇ ਹੁੰਦੇ ਆ ਵੀ ਹਾਂ ਕਿੱਥੇ ਕੀ ਹੋ ਰਿਹਾ, ਕੌਣ ਕਾਨੂੰਨ ਬਣਾ ਰਿਹਾ, ਕੌਣ ਲਾਗੂ ਕਰ ਰਿਹਾ, ਕਿੱਥੇ ਕੀ ਬਹਿਸ ਹੁੰਦੀ ਹੈ, ਰਾਜ ਸਭਾ ਕੀ ਹੈ, ਲੋਕ ਸਭਾ ਕੀ ਹੈ, ਵਿਧਾਨ ਮੰਡਲ ਕੀ ਹੈ, ਸੰਸਦੀ ਸਰਕਾਰ ਕੀ ਬਣ ਗਈ। ਸੋ ਉਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਪ੍ਰੈਕਟੀਕਲ ਦੇਖ ਕੇ ਜੇ ਵੀ ਹੈ ਨਾ ਗੱਲ ਪਤਾ ਲੱਗਦੀ ਹੈ। ਨਹੀਂ ਇੱਦਾਂ ਇਹ ਜਿਵੇਂ ਆਪਾਂ ਰਟੀ ਜਾਈਏ ਤਾਂ ਵੀ ਨਹੀਂ, ਇਕੱਲੇ ਰੱਟਣ ਨਾਲ ਨਹੀਂ ਆਉਂਦਾ। ਸੋ ਹਿਸਟਰੀ ਦੇ ਵਿੱਚ ਕਈ ਵਾਰ ਅਸੀਂ ਰੱਟਣ ਦੇ ਨਾਲ ਕੁਛ ਗੱਲਾਂ ਯਾਦ ਕਰ ਲੈਂਦੇ ਹਾਂ, ਪਰ ਹਿਸਟਰੀ ਦੇ ਵਿੱਚ ਵੀ ਇੱਕ ਕਹਾਣੀ ਸਮਝਣੀ ਪੈਂਦੀ ਹੈ। ਪਰ ਆਪਣੇ ਨੋਟਸ ਤੁਹਾਡੇ ਲਈ ਇਸ ਤਰ੍ਹਾਂ ਦੇ ਤਿਆਰ ਕੀਤੇ ਹੋਏ ਨੇ, ਟਾਈਪ ਕੀਤੇ ਹੋਏ ਨੇ ਵੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਵਧੀਆ ਤਰੀਕੇ ਨਾਲ ਤੁਹਾਨੂੰ ਸਮਝ ਆਊਗਾ। ਸੋ ਅਗਲਾ ਪ੍ਰਸ਼ਨ 9 ਨੰਬਰ, ਭਾਰਤ ਦੇਸ਼ ਦਾ ਮੁਖੀ ਕਿਸ ਨੂੰ ਕਿਹਾ ਜਾਂਦਾ? ਮੰਤਰੀ ਮੰਡਲ, ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ ਜਾਂ ਮੰਤਰੀ ਪ੍ਰੀਸ਼ਦ ਨੂੰ? ਸੋ ਦੇਖੋ ਦੇਸ਼ ਦਾ ਮੁਖੀ ਮੰਨਿਆ ਜਾਂਦਾ ਰਾਸ਼ਟਰਪਤੀ ਨੂੰ। ਇਸ ਪ੍ਰਸ਼ਨ ਦੇ ਵਿੱਚ ਬੱਚੇ ਬਹੁਤ ਉਲਝਦੇ ਨੇ। ਦੇਖੋ ਸਰਕਾਰ ਦਾ ਮੁਖੀ ਨਹੀਂ ਹੁੰਦਾ ਰਾਸ਼ਟਰਪਤੀ, ਦੇਸ਼ ਦਾ ਮੁਖੀ ਹੁੰਦਾ ਜਾਂ ਦੇਸ਼ ਦਾ ਪਹਿਲਾ ਨਾਗਰਿਕ ਵੀ ਹੁੰਦਾ। ਮਤਲਬ ਸਥਾਨ ਦੇ ਤੌਰ 'ਤੇ ਵੀ ਅਹੁਦੇ ਹੁੰਦੇ ਆ, ਜਿਵੇਂ ਰਾਸ਼ਟਰਪਤੀ ਦਾ ਦੇਸ਼ ਦੇ ਵਿੱਚ ਪਹਿਲਾ ਸਥਾਨ ਹੈ, ਉਪ ਰਾਸ਼ਟਰਪਤੀ ਦਾ ਦੂਜਾ ਸਥਾਨ ਹੈ, ਪ੍ਰਧਾਨ ਮੰਤਰੀ ਦਾ ਤੀਜਾ ਸਥਾਨ ਹੈ, ਸਾਡੇ ਰਾਜਾਂ ਦੇ ਜਿਹੜੇ ਸਾਰੇ ਗਵਰਨਰ ਨੇ ਸਾਰੇ ਰਾਜਾਂ ਦੇ ਉਹਨਾਂ ਦਾ ਚੌਥਾ ਸਥਾਨ ਹੈ। ਇਸ ਤਰ੍ਹਾਂ ਸਥਾਨ ਦੇ ਤੌਰ 'ਤੇ ਵੀ ਅਹੁਦੇ ਹੁੰਦੇ ਨੇ। ਸੋ ਰਾਸ਼ਟਰਪਤੀ ਦੇਸ਼ ਦਾ ਮੁਖੀ ਹੁੰਦਾ, ਭਾਰਤ ਦੇਸ਼ ਦਾ ਮੁਖੀ ਹੈ ਰਾਸ਼ਟਰਪਤੀ। 10 ਨੰਬਰ ਪ੍ਰਸ਼ਨ, ਭਾਰਤ ਵਿੱਚ ਸਰਕਾਰ ਦਾ ਮੁਖੀ ਕਿਸ ਨੂੰ ਕਿਹਾ ਜਾਂਦਾ? ਹੁਣ ਦੇਖੋ ਉਲਟ ਪ੍ਰਸ਼ਨ ਆ ਗਿਆ। ਹੁਣ ਸਾਨੂੰ ਲੱਗਦਾ ਸੇਮ ਉਸੇ ਤਰ੍ਹਾਂ ਹੀ ਹੈ ਵੀ ਮੁਖੀ ਪੁੱਛਿਆ ਗਿਆ ਹੈ ਨਾ, ਉੱਥੇ ਪੁੱਛਿਆ ਸੀ ਦੇਸ਼ ਦਾ ਮੁਖੀ 9 ਨੰਬਰ ਪ੍ਰਸ਼ਨ ਦੇ ਵਿੱਚ, ਇੱਥੇ ਸਰਕਾਰ ਦਾ ਮੁਖੀ ਪੁੱਛਿਆ ਗਿਆ। ਸਰਕਾਰ ਕਿਹਦੇ ਅੰਡਰ ਹੈ? ਸ਼ਕਤੀਆਂ ਦੀ ਪਾਵਰ ਕੌਣ ਕਰਦਾ? ਇੱਥੋਂ ਤੁਸੀਂ ਦੇਖ ਲੈਣਾ। ਸੋ ਇਹ ਪ੍ਰਧਾਨ ਮੰਤਰੀ ਹੈ। ਆਪਸ਼ਨ ਨੰਬਰ 3 ਸਹੀ ਆ। ਪ੍ਰਧਾਨ ਮੰਤਰੀ ਦਾ ਸਥਾਨ ਮੈਂ ਹੁਣੀ ਦੱਸਿਆ ਸੀ ਪਿੱਛੇ, ਤੀਜਾ। ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੁੰਦੇ ਆ ਉਹਨਾਂ ਦਾ 7ਵਾਂ ਸਥਾਨ ਹੁੰਦਾ ਦੇਸ਼ ਦੇ ਵਿੱਚ। ਰਾਸ਼ਟਰਪਤੀ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ, ਪਹਿਲਾ ਸਥਾਨ ਹੁੰਦਾ ਹੈਗਾ। ਸੋ ਇਹ ਧਿਆਨ 'ਚ ਰੱਖਿਓ। 11 ਨੰਬਰ ਪ੍ਰਸ਼ਨ ਜੀ, ਮੰਤਰੀ ਪ੍ਰੀਸ਼ਦ ਦੀ ਵਿਵਸਥਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਕੀਤੀ ਗਈ? ਮਤਲਬ ਇੱਕ ਜਦੋਂ ਆਪਾਂ MP ਚੁਣਤੇ
ਉਸ ਤੋਂ ਬਾਅਦ ਮਤਲਬ ਇੱਕ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਪ੍ਰਧਾਨ ਮੰਤਰੀ ਦੀ ਹੈਲਪ ਦੇ ਲਈ ਵਿਧਾਨਪਾਲਿਕਾ ਦੇ ਲਈ ਕਾਰਜਪਾਲਿਕਾ ਦੇ ਲਈ ਮਤਲਬ ਕਾਰਜ ਕਰਨ ਦੇ ਲਈ ਇੱਕ ਮੰਤਰੀ ਪ੍ਰੀਸ਼ਦ ਦੀ ਲੋੜ ਪੈਂਦੀ ਹੈ। ਮੰਤਰੀ ਪ੍ਰੀਸ਼ਦ ਮੁੱਖ ਮੈਂਬਰਾਂ ਦਾ 15% ਹੁੰਦੀ ਹੈਗੀ, ਆਪਾਂ ਅੱਗੇ ਜਾ ਕੇ ਡਿਟੇਲ 'ਚ ਦੱਸਾਂਗੇ। ਸੋ ਮੰਤਰੀ ਪ੍ਰੀਸ਼ਦ ਦੀ ਵਿਵਸਥਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਰਾਹੀਂ ਕੀਤੀ ਜਾਂਦੀ ਹੈ, ਇਹ ਪੁੱਛਿਆ ਗਿਆ ਪ੍ਰਸ਼ਨ ਦੇ ਵਿੱਚ। 74, 76, 78 ਜਾਂ 79। ਸੋ 74 ਦੇ ਅਕੋਰਡਿੰਗ ਹੈ ਜੀ ਇਹ, ਕਿਉਂਕਿ ਸੰਸਦੀ ਸਰਕਾਰ ਹੈ ਜਿਹੜੀ ਉਹ 74 ਤੋਂ 75 ਦੇ ਵਿੱਚ ਹੀ ਹੈ, ਸਿਮਟੀ ਹੋਈ ਸਾਰੀ 2 ਆਰਟੀਕਲਾਂ ਦੇ ਵਿੱਚ। ਜੋ 74 ਆਰਟੀਕਲ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਮੰਤਰੀ ਪ੍ਰੀਸ਼ਦ ਦੇ ਬਾਰੇ, ਵੀ ਪ੍ਰਧਾਨ ਮੰਤਰੀ ਦੀ ਹੈਲਪ ਦੇ ਲਈ ਇੱਕ ਮੰਤਰੀ ਪ੍ਰੀਸ਼ਦ ਬਣੂਗੀ। ਸੋ 12 ਨੰਬਰ ਪ੍ਰਸ਼ਨ ਜੀ, ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ। ਮੁੱਖ ਕਾਰਜ ਸਾਧਕ ਮੁਖੀ ਨਾ ਮਾਤਰ ਦਾ ਮੁਖੀ ਹੁੰਦਾ ਹੈ। ਮੰਤਰੀ ਮੰਡਲ ਵਾਸਤਵਿਕ ਕਾਰਜ ਸਾਧਕ ਹੁੰਦੇ ਨੇ। ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸੰਬੰਧ ਹੁੰਦੇ ਨੇ। ਉਪਰੋਕਤ ਸਾਰੇ ਸੋ ਸੰਸਦੀ ਸਰਕਾਰ ਦੀਆਂ ਇਹ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜੀ। ਆਪਸ਼ਨ ਨੰਬਰ 4 ਸਹੀ ਹੈ ਦੋਸਤੋ। ਇਹ ਸਾਰੀਆਂ ਗੱਲਾਂ ਸੰਸਦੀ ਸਰਕਾਰ 'ਚ ਹੁੰਦੀਆਂ। ਜਿਹੜੀ ਪ੍ਰਧਾਨਗੀ ਸਰਕਾਰ 'ਚ ਹੁੰਦੀ ਹੈ ਉੱਥੇ ਇਹ ਕੰਮ ਨਹੀਂ ਹੁੰਦੀਆਂ, ਇਹ ਗੱਲਾਂ ਨਹੀਂ ਹੁੰਦੀਆਂ। ਉੱਥੇ ਇੱਕ ਬੰਦੇ ਦੇ ਹੱਥ 'ਚ ਪਾਵਰ ਹੁੰਦੀ ਹੈ ਸਾਰੀ। 13 ਨੰਬਰ ਪ੍ਰਸ਼ਨ ਜੀ, ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਤੈਅ ਕਰਦਾ ਹੈ ਕਿ ਮੰਤਰੀ ਪ੍ਰੀਸ਼ਦ ਸੰਸਦ ਹੈ ਜਿਹੜੀ, ਖਾਸ ਕਰਕੇ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੈ। ਮਤਲਬ ਪ੍ਰਸ਼ਨ ਨੂੰ ਆਪਾਂ ਦੁਬਾਰੇ ਪੜ੍ਹਦੇ ਹਾਂ, ਧਿਆਨ ਨਾਲ ਸੁਣਿਓ। ਸੰਵਿਧਾਨ ਦਾ ਕਿਹੜਾ ਅਨੁਛੇਦ ਪੁੱਛਿਆ ਗਾ। ਇਹ ਤੈਅ ਕਰਦਾ ਕਿ ਮੰਤਰੀ ਪ੍ਰੀਸ਼ਦ ਸੰਸਦ ਦੇ ਸਾਹਮਣੇ ਉੱਤਰਦਾਈ ਹੈ। ਜਿਹੜੀ ਮੰਤਰੀ ਮਤਲਬ ਪ੍ਰਧਾਨ ਮੰਤਰੀ ਬਣ ਗਿਆ, ਉਹਦੇ ਨਾਲ ਇੱਕ ਕੈਬਨਿਟ ਬਣ ਗਈ। ਜਿਹੜੀ ਕੈਬਨਿਟ ਹੈ ਜਾਂ ਪ੍ਰਧਾਨ ਮੰਤਰੀ ਹੈ ਉਹ ਲੋਕ ਸਭਾ ਦੇ ਸਾਹਮਣੇ ਉੱਤਰਦਾਈ ਹੈ। ਵੀ ਇਹ ਕਿਹੜੇ ਅਨੁਛੇਦ 'ਚ ਲਿਖਿਆ ਹੋਇਆ? ਇਹ ਲਿਖਿਆ ਹੋਇਆ ਜੀ ਆਪਸ਼ਨ ਨੰਬਰ ਆਪਣਾ ਹੈਗਾ 1, 75 ਅਨੁਛੇਦ ਦੇ ਵਿੱਚ ਇਹ ਦਰਜ ਹੈ ਜੀ ਸਾਰੀ ਗੱਲ। ਜਿਹੜੀ ਮੰਤਰੀ ਪ੍ਰੀਸ਼ਦ ਹੋਵੇਗੀ ਉਹ 74 'ਚ ਲਿਖਿਆ ਹੋਇਆ ਹੈ। ਉਹ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੋਵੇਗੀ, ਉਹ 75 ਦੇ ਵਿੱਚ ਲਿਖਿਆ ਹੋਇਆ ਹੈ। ਥੋੜੀ ਗੱਲ ਸਮਝਣ ਵਾਲੀ ਹੈ। 14 ਨੰਬਰ ਪ੍ਰਸ਼ਨ, ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ? ਲੋਕ ਸਭਾ ਨੂੰ ਭੰਗ ਕੌਣ ਕਰ ਸਕਦਾ? ਰਾਸ਼ਟਰਪਤੀ ਭੰਗ ਕਰ ਸਕਦਾ ਹੁੰਦਾ ਜੀ ਲੋਕ ਸਭਾ ਨੂੰ। ਆਪਸ਼ਨ ਨੰਬਰ ਮਤਲਬ ਜਿਹੜੀ ਹੈਗੀ ਹੈ, ਜਿਹੜੀ ਮੰਤਰੀ ਪ੍ਰੀਸ਼ਦ ਹੈ ਉਹਨੂੰ ਲੋਕ ਸਭਾ ਭੰਗ ਕਰ ਸਕਦੀ ਹੁੰਦੀ ਹੈ, ਇਹ ਵੀ ਧਿਆਨ 'ਚ ਰੱਖਿਓ। ਤੇ ਲੋਕ ਸਭਾ ਨੂੰ ਭੰਗ ਕਰਨਾ ਹੋਵੇ ਤਾਂ ਰਾਸ਼ਟਰਪਤੀ ਭੰਗ ਕਰਦਾ। ਆਪਸ਼ਨ ਨੰਬਰ 1 ਸਹੀ ਹੈ ਜੀ। 15 ਨੰਬਰ ਪ੍ਰਸ਼ਨ, ਅਮਰੀਕਾ ਵਿੱਚ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਮੰਡਲ ਜਾਂ ਮੁੱਖ ਮੰਤਰੀ? ਸੋ ਰਾਸ਼ਟਰਪਤੀ ਹੁੰਦਾ ਜੀ ਉੱਥੇ ਅਮਰੀਕਾ ਦੇ ਵਿੱਚ ਸਰਕਾਰ ਦਾ ਮੁਖੀ। ਦੇਖੋ ਭਾਰਤ ਦੇਸ਼ ਦੇ ਵਿੱਚ ਸਰਕਾਰ ਦਾ ਮੁਖੀ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਮੁਖੀ ਰਾਸ਼ਟਰਪਤੀ ਹੈ। ਅਮਰੀਕਾ ਦੇ ਵਿੱਚ ਸਰਕਾਰ ਦਾ ਮੁਖੀ ਰਾਸ਼ਟਰਪਤੀ ਹੁੰਦਾ। ਸੋ ਸਮਝ ਗਏ ਹੋਵੋਗੇ ਆਪਣੇ ਇਸ ਲੈਕਚਰ ਨੂੰ, ਸਰਕਾਰ ਕਿਵੇਂ ਕੰਮ ਕਰਦੀ ਹੈ, ਸਰਕਾਰ 'ਚ ਕੀ ਹੁੰਦਾ ਹੈ। ਗਵਰਨਮੈਂਟ ਦਾ ਜਿਹੜਾ ਵੀ ਢਾਂਚਾ ਹੈਗਾ, ਸਿਸਟਮ ਹੈਗਾ, ਆਪਾਂ ਉਹ ਕਾਫੀ ਮਤਲਬ 15 MCQ ਦੇ ਵਿੱਚ ਤੁਹਾਨੂੰ ਸਮਝਾਇਆ ਹੈਗਾ। ਇਸੇ ਤਰ੍ਹਾਂ ਆਪਾਂ ਲੜੀਵਾਰ ਤੁਹਾਡੇ ਲਈ ਲੈਕਚਰ ਲੈ ਕੇ ਆਉਂਦੇ ਰਹਾਂਗੇ। ਜਿਹੜੇ ਦੋਸਤਾਂ ਨੇ ਹਾਲੇ ਤੱਕ ਨੋਟਸ ਪ੍ਰਾਪਤ ਨਹੀਂ ਕੀਤੇ, ਨੋਟਸ ਜ਼ਰੂਰ ਲਵੋ ਆਪਣੇ। ਨੋਟਸ ਦੇ ਵਿੱਚ ਟਾਈਪ ਕੀਤਾ ਹੋਇਆ ਸਾਰਾ ਸਿਲੇਬਸ ਟੌਪਿਕ ਵਾਈਜ਼ ਡਿਟੇਲ 'ਚ ਮਿਲੂਗਾ ਤੁਹਾਨੂੰ, ਅਤੇ ਵਧੀਆ ਸਮਝ ਆਊਗੀ ਹਰ ਇੱਕ ਗੱਲ ਦੀ, ਗਰੰਟੀ ਵਾਲੀ ਗੱਲ ਆਪਣੀ। ਤੇ ਤੁਸੀਂ ਫੋਨ ਕਰ ਸਕਦੇ ਹੋ 88 474 77 007 'ਤੇ। ਇਸ ਨੰਬਰ 'ਤੇ ਹਰ ਗੱਲ ਦਾ ਪਤਾ ਕਰਨ ਲਈ ਫੋਨ ਕਰ ਸਕਦੇ ਹੋ। ਜੇ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਹੈਗਾ ਤਿਆਰੀ ਵਾਸਤੇ, ਸੋ ਆਪਾਂ ਜਿੱਥੇ ਆਹ ਲੈਕਚਰ ਜਿਹੜੇ ਤੁਹਾਨੂੰ ਰਿਕਾਰਡ ਕਰ ਰਹੇ ਹਾਂ, ਇਹ ਲੈਕਚਰ ਉੱਥੇ ਡਾਇਰੈਕਟ ਪਾ ਦਿੰਦੇ ਹਾਂ। ਤੁਹਾਡੇ ਲਈ ਇੱਕ ਮਟੀਰੀਅਲ ਦਾ ਖਜ਼ਾਨਾ ਬਣ ਜਾਂਦਾ ਹੈ। ਤੁਹਾਨੂੰ ਬਹੁਤ ਸਾਰੀਆਂ ਗੱਲਾਂ ਹੋਰ ਸਾਂਝੀਆਂ ਕੀਤੀਆਂ ਜਾਂਦੀਆਂ ਨੇਗੀਆਂ, ਅਤੇ ਉਹ WhatsApp ਗਰੁੱਪ 'ਚ ਐਡ ਹੋਣ ਲਈ ਇੱਥੇ ਤੁਸੀਂ ਮੈਸੇਜ ਕਰ ਸਕਦੇ ਹੋ। SST ਮਾਸਟਰ ਕੇਡਰ ਲਿਖ ਕੇ ਮੈਸੇਜ ਕਰ ਦਿਓ। ਤੁਹਾਨੂੰ ਇੱਕ ਲਿੰਕ ਭੇਜ ਦਿਆਂਗੇ WhatsApp ਗਰੁੱਪ ਦਾ, ਅਤੇ ਉਹਨੂੰ ਤੁਸੀਂ ਜੁਆਇਨ ਕਰ ਲਿਓ, ਅੱਗੇ ਸ਼ੇਅਰ ਕਰ ਦਿਓ। ਜਿਹੜੇ ਦੋਸਤਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।